ਹਰਮੀਤ ਨੇ ਲਿਖਿਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ, ਕਿਰਪਾ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਦਾ ਭਾਵ ਅਰਥ ਸਮਝਾਉਣਾ ਕਰੋ ਜੀ। ਥੱਲੇ ਲਿਖਿਆ ਹੈ, ਬਾਬਾ ਜੀ ਕਿ ਸਾਡੇ ਵਰਗੇ ਮਾਇਆਧਾਰੀ ਲੋਕਾਂ ਦਾ ਜਿਨ੍ਹਾਂ ਕੋਲ ਨਾ ਸੰਕਲਪ ਹੈ ਅਤੇ ਨਾ ਹੀ ਪ੍ਰੇਮ ਭਾਵ ਹੈ, ਇਸ ਮਾਤ ਲੋਕ ਤੋਂ ਕੋਈ ਉਪਾਅ ਨਹੀਂ ਹੈ ਛੁਟਕਾਰੇ ਦਾ। ਜ਼ਿਆਦਾਤਰ ਧਾਰਮਿਕ ਲੋਕਾਂ ਦਾ ਉੱਪਰਲਾ ਸਵਾਲ ਹੁੰਦਾ ਹੈ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਸ ਲੋਕ ਦੇ ਵਿੱਚ ਵੀ ਅਸੀਂ ਸੁਖੀ ਰਹੀਏ ਤੇ ਇਸ ਲੋਕ ਨੂੰ ਛੱਡਣ ਤੋਂ ਬਾਅਦ, ਭਾਵ ਕਿ ਸਰੀਰ ਛੁੱਟਣ ਤੋਂ ਬਾਅਦ ਵੀ ਅਸੀਂ ਹੋਰ ਜਿੱਥੇ ਵੀ ਜਾਈਏ ਉੱਥੇ ਵੀ ਸੁਖੀ ਹੀ ਰਹੀਏ, ਸੁੱਖ ਹੀ ਮਿਲੇ। ਐਸੇ ਉਪਦੇਸ਼ਾਂ ਦਾ ਪ੍ਰਚਾਰ ਧਾਰਮਿਕ ਲੋਕ ਬਹੁਤ ਕਰਦੇ ਹਨ ਤੇ ਇਹਨਾਂ ਦਾ ਅਸਰ ਵੀ ਲੋਕਾਂ 'ਤੇ ਜ਼ਿਆਦਾ ਹੁੰਦਾ ਹੈ, ਕਿਉਂਕਿ ਹਰ ਇੱਕ ਆਦਮੀ ਤਾਂ ਚਾਹੁੰਦਾ ਹੈ ਇੱਥੇ ਸੁਖੀ ਰਹਿਣ। ਫਿਰ ਧਾਰਮਿਕ ਲੋਕ ਕਹਿੰਦੇ ਹਨ ਤੁਸੀਂ ਇੱਥੇ ਵੀ ਸੁਖੀ ਰਹੋਗੇ ਤੇ ਇਸ ਤੋਂ ਬਾਅਦ ਵੀ ਤੁਹਾਨੂੰ ਸੁੱਖ ਮਿਲੇਗਾ। ਸੰਸਾਰੀ ਲੋਕ ਤਾਂ ਇੱਥੇ ਸੁੱਖ ਦੇਣ ਦੀ ਗੱਲ ਕਰਦੇ ਹਨ ਤੇ ਧਾਰਮਿਕ ਲੋਕ ਦੋਹਰਾ ਸੁੱਖ ਦਿੰਦੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਕਹਿੰਦੇ ਸੁਖੀ ਰਹੋਗੇ, ਜਿੱਥੇ ਜਾਓਗੇ ਅੱਗੇ ਪ੍ਰਲੋਭਨ ਦਿੰਦੇ ਹਨ, ਲਾਲਚ ਦਿੰਦੇ ਹਨ। ਤੇ ਇਹ ਮਾਤ ਲੋਕ ਦੇ ਛੁਟਕਾਰੇ ਦੀ ਗੱਲ ਵੀ ਇਸੇ ਕਾਰਨ ਹੀ ਆਦਮੀ ਦੇ ਖਿਆਲ ਵਿੱਚ ਆਉਂਦੀ ਹੈ ਕਿ ਹੋਰ ਕਿਸੇ ਲੋਕ ਦੇ ਵਿੱਚ ਚਲੇ ਜਾਈਏ ਜਿੱਥੇ ਮਰਨਾ ਨਾ ਹੋਵੇ, ਕਿਉਂਕਿ ਇਸ ਮਾਤ ਲੋਕ ਦੇ ਵਿੱਚ ਤੇ ਦੁੱਖ ਹੀ ਦੁੱਖ ਹਨ। ਫਿਰ ਮਰਨਾ ਹੋਵੇਗਾ, ਮੌਤ ਆਵੇਗੀ। ਤੇ ਕਿਸੇ ਐਸੇ ਲੋਕ ਦੇ ਵਿੱਚ ਪਹੁੰਚ ਜਾਈਏ ਜਿੱਥੇ ਨਾ ਦੁੱਖ ਹੋਵੇ, ਨਾ ਤਕਲੀਫ ਹੋਵੇ, ਨਾ ਕੋਈ ਝੰਜਟ ਹੋਵੇ, ਸੁੱਖ ਹੀ ਸੁੱਖ ਹੋਣ, ਇਹੋ ਹੀ ਖਿਆਲ ਹੁੰਦਾ ਹੈ ਨਾ ਮਨੁੱਖ ਦਾ। ਤੇ ਮਨੁੱਖ ਦੇ ਖਿਆਲ ਨੂੰ ਹੀ ਖਿਆਲ ਵਿੱਚ ਰੱਖ ਕੇ ਇਹ ਧਾਰਮਿਕ ਲੋਕ ਫਿਰ ਅੱਗੇ ਲਾਲਚ ਦਿੰਦੇ ਹਨ ਹੋਰ ਲੋਕਾਂ ਦਾ। ਤੇ ਹੋਰ ਲੋਕ ਜਿਹੜੇ ਹਨ ਧਾਰਮਿਕ ਲੋਕਾਂ ਨੇ ਬਹੁਤ ਹੀ ਕਲਪਿਤ ਕੀਤੇ ਹੋਏ ਹਨ। ਲੋਕ ਕਹਿ ਲਈਏ, ਦੇਸ਼ ਕਹਿ ਲਈਏ, ਜਗ੍ਹਾ ਕਹਿ ਲਈਏ, ਵੀ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹੈ, ਲੋਕ ਹੈ, ਜਿਵੇਂ ਪਿੱਤਰ ਲੋਕ ਹੈ, ਗੰਧਰਵ ਲੋਕ ਹੈ, ਦੇਵ ਲੋਕ ਹੈ, ਬ੍ਰਹਮ ਲੋਕ ਹੈ, ਬਹੁਤ ਹਨ। ਤੇ ਲਹਿਦਾ ਲੋਕ ਵਿੱਚ ਜਾਣ ਵਾਸਤੇ ਲਹਿਦਾ ਉਪਦੇਸ਼ ਦਿੰਦੇ ਆ। ਫਿਰ ਉਹਨਾਂ ਲੋਕਾਂ ਦਾ ਤੇ ਪ੍ਰਲੋਭਨ ਦਿੰਦੇ ਹਨ, ਪਰ ਨਾਲ ਉਹ ਇਹ ਵੀ ਕਹਿੰਦੇ ਹਨ ਵੀ ਇਸ ਲੋਕ ਦੇ ਵਿੱਚ ਵੀ ਤੁਸੀਂ ਸੁਖੀ ਵਸੋਗੇ।
ਤੋ ਇਸ ਲੋਕ ਦੇ ਵਿੱਚ ਸੁਖੀ ਰਹਿਣ ਵਾਸਤੇ ਕਹਿੰਦੇ ਹਨ ਵੀ ਗੁਰੂਆਂ ਨੂੰ ਮੰਨੋ, ਵੀ ਗੁਰੂ ਨੂੰ ਮੰਨੋਗੇ ਤੇ ਗੁਰੂ ਤੁਹਾਨੂੰ ਤੱਤੀ ਵਾਹ ਨਹੀਂ ਲੱਗਣ ਦੇਵੇਗਾ। ਕਹਿੰਦੇ ਹਨ ਸੁੱਖ ਹੀ ਸੁੱਖ ਮਿਲਣਗੇ। ਤੇ ਜਿਹੜੇ ਗੁਰੂ ਵਾਲੇ ਹੋ ਜਾਂਦੇ ਹਨ ਤਾਂ ਉਹਨਾਂ ਦਾ ਇਹ ਲੋਕ ਸੁਖੀਆ ਹੋ ਜਾਂਦਾ ਹੈ। ਫਿਰ ਅੱਗੇ ਵੀ ਉਹ ਸੁਹੇਲੇ ਹੁੰਦੇ ਹਨ ਤੇ ਗੁਰੂ ਵਾਲੇ ਹੋ ਜੋ। ਭਾਵ ਕਿ ਧਾਰਮਿਕ ਪਹਿਰਾਵਾ ਪਹਿਨ ਲਓ, ਧਾਰਮਿਕ ਚਿੰਨ੍ਹ ਪਾ ਲਓ ਤੇ ਬਾਹਰੋਂ ਤੇ ਪਤਾ ਲੱਗੇ ਨਾ ਗੁਰੂ ਵਾਲੇ ਹੋਗੇ। ਤੇ ਅੱਗੇ ਵੀ ਤੁਹਾਡੀ ਗੁਰੂ ਬਾਂਹ ਫੜੇਗਾ, ਗੁਰਪੁਰੀ ਲੈ ਕੇ ਜਾਵੇਗਾ। ਭਾਵ ਕਿ ਗੁਰੂ ਆਪਣੇ ਲੋਕ ਲੈ ਜਾਵੇਗਾ। ਫਿਰ ਹਰ ਇੱਕ ਧਰਮ ਦੇ ਲੋਕ ਹੀ ਐਸਾ ਕਹਿੰਦੇ ਹਨ। ਅਲੱਗ-ਅਲੱਗ ਢੰਗ ਹਨ ਕਹਿਣ ਦੇ ਵੀ ਇਸ ਪੀਰਾਂ ਨੂੰ ਮੰਨੋਗੇ ਤੇ ਤੁਹਾਡੀਆਂ ਸੁੱਖਾਂ ਦੇ ਨਾਲ ਝੋਲੀਆਂ ਭਰਦੇ ਨੇ। ਕਹਿੰਦੇ ਹੀ ਹਨ ਸੁੱਖਾਂ ਦੇ ਨਾਲ ਝੋਲੀਆਂ ਭਰਨੀਆਂ ਤੇ ਆਓ। ਫਿਰ ਅਗਰ ਕਿਸੇ ਦੀਆਂ ਨਹੀਂ ਭਰਦੀਆਂ ਤਾਂ ਕਹਿੰਦੇ ਹਨ ਵੀ ਦੇਰ ਹੈ, ਹਨੇਰ ਨਹੀਂ ਇਹਨਾਂ ਦੇ ਘਰ ਦੇ ਵਿੱਚ, ਤੇ ਆਓ ਤੁਸੀਂ ਇਸ ਜਗ੍ਹਾ ਨੂੰ ਮੰਨੋ, ਇਸ ਦੇਵੀ ਦੇਵਤੇ ਨੂੰ ਮੰਨੋ। ਖੁਸ਼ਹਾਲੀ ਹੋਊ ਘਰ ਦੇ ਵਿੱਚ, ਪਰਿਵਾਰ 'ਚ ਵਾਧੇ ਹੋਣ, ਬਰਕਤਾਂ ਪੈਣਗੀਆਂ, ਸੁੱਖ ਹੀ ਸੁੱਖ ਹੋਵੇਗਾ। ਇਹੋ ਹੀ ਪ੍ਰਚਾਰ ਕਰਦੇ ਹਨ ਜ਼ਿਆਦਾਤਰ ਧਾਰਮਿਕ ਲੋਕ, ਭਾਵੇਂ ਕਿਸੇ ਵੀ ਮਜ਼ਹਬ ਦੇ ਧਰਮ ਦੇ ਹੋਣ। ਅਤੇ ਇਸ ਲੋਕ ਦੇ ਵਿੱਚ ਸੁਖੀ ਰਹਿਣ ਕਰਕੇ ਹੀ ਜ਼ਿਆਦਾ ਧਾਰਮਿਕ ਲੋਕ ਧਾਰਮਿਕ ਹੁੰਦੇ ਹਨ। ਫਿਰ ਨਾਲ ਨਾਲ ਉਹ ਪ੍ਰਲੋਭਨ ਵੀ ਦਿੰਦੇ ਹਨ ਅਗਲੇ ਲੋਕਾਂ ਦਾ ਵੀ ਇਸ ਤੋਂ ਬਾਅਦ ਵੀ ਤੁਹਾਨੂੰ ਸੁੱਖ ਮਿਲਣਗੇ। ਅਤੇ ਇਸ ਕਾਰਨ ਹੋਰ ਜ਼ਿਆਦਾ ਲੋਕ ਜੁੜੇ ਰਹਿੰਦੇ ਹਨ ਉਹਨਾਂ ਸਥਾਨਾਂ ਨਾਲ, ਉਹਨਾਂ ਗੁਰੂਆਂ ਪੀਰਾਂ ਧਾਰਮਿਕ ਲੋਕਾਂ ਨਾਲ, ਸਾਧੂ ਮਹਾਤਮਾ ਨਾਲ ਵੀ ਇਵੇਂ ਜੁੜੇ ਹੋਏ। ਇਵੇਂ ਹੀ ਧਾਰਮਿਕ ਲੋਕ ਜਿਹੜੇ ਹਨ ਉਹ ਧਾਰਮਿਕ ਲੋਕਾਂ ਦਾ ਲਾਲਚ ਵਧਾਉਂਦੇ ਹਨ, ਵਾਸ਼ਨਾ ਵਧਾਉਂਦੇ ਹਨ। ਕਹਿ ਦਿਓ ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏ। ਸੁੱਖਾਂ ਦਾ ਲਾਲਚ ਦੇ ਕੇ ਉਹ ਆਪਣੇ ਵੱਲ ਪ੍ਰੇਰਦੇ ਹਨ। ਫਿਰ ਇਸ 'ਤੇ ਕੋਈ ਸੁਖੀ ਹੋਵੇ ਤੇ ਤੂੰ ਉਹਨੂੰ ਅਗਲੇ ਸੁੱਖਾਂ ਦਾ ਲਾਲਚ ਦਿੰਦੇ ਹਨ ਵੀ ਮਰਨ ਤੋਂ ਬਾਅਦ ਤੇਰਾ ਕੀ ਹੋਵੇਗਾ, ਤੇ ਉਹ ਅਗਲੇ ਭਵਿੱਖ ਦੇ ਵਿੱਚ ਸੁੱਖਾਂ ਦਾ ਲਾਲਚ ਦੇ ਕੇ ਆਪਣੇ ਮਗਰ ਲਾ ਲੈਂਦੇ। ਤੇ ਐਸੇ ਧਾਰਮਿਕ ਲੋਕ ਸ਼ੋਸ਼ਣ ਕਰਦੇ ਆ। ਪਰ ਵਾਸਤਵਿਕ ਦੇ ਵਿੱਚ ਜੋ ਸਤਿਪੁਰਖ ਕਹਿੰਦੇ ਹਨ ਉਹਨਾਂ ਨੂੰ ਨਹੀਂ ਸਮਝਿਆ ਜਾਂਦਾ। ਜੋ ਪਿੱਛੇ ਕਹਿ ਗਏ ਹਨ ਉਹਨਾਂ ਦੇ ਉਪਦੇਸ਼ਾਂ ਨੂੰ ਲੋਕ ਪੜ੍ਹਦੇ ਵੀ ਹਨ ਤਾਂ ਵੀ ਸਮਝ ਥੋੜ੍ਹੀ ਸਕਦੇ ਹਨ, ਕਿਉਂਕਿ ਸਮਝਣ ਦਾ ਤਲ ਤੇ ਲੋਕਾਂ ਦਾ ਆਪਣਾ ਹੀ ਹੈ ਅਤੇ ਆਪਣੇ ਤਲ 'ਤੇ ਹੀ ਉਹਨਾਂ ਦੇ ਉਪਦੇਸ਼ ਨੂੰ ਲੈ ਕੇ ਆ ਜਾਂਦੇ। ਜਿਵੇਂ ਆਹ ਹੈ ਉਪਦੇਸ਼ ਬੜਾ ਪਿਆਰਾ ਹੈ, ਪਰ ਆਪਣੇ ਤਲ 'ਤੇ ਲੋਕ ਸੋਚਦੇ ਹਨ ਇਹਨੂੰ। ਇਸੇ ਕਾਰਨ ਹੀ ਮੈਂ ਕਹਿੰਦਾ ਹਾਂ ਨਾ ਅਕਸਰ ਵੀ ਆਪਣੇ ਆਪ ਉਪਦੇਸ਼ ਪੜ੍ਹ ਕੇ ਸਤਿਪੁਰਖਾਂ ਦੇ ਉੱਧਰ ਨੂੰ ਕੋਈ ਨਹੀਂ ਜਾਂਦਾ, ਕਿਉਂਕਿ ਉਪਦੇਸ਼ ਵੀ ਆਪਣੇ ਤਲ 'ਤੇ ਵਿਚਾਰੇਗਾ ਨਾ, ਸੋਚੇਗਾ ਸਮਝੇਗਾ। ਹੁਣ ਉਹ ਤਾਂ ਕਹਿ ਰਹੇ ਹਨ ਜਿਹੜੇ ਜਾਣਦੇ ਹਨ, ਜਿਨ੍ਹਾਂ ਨੇ ਜਾਣਿਆ ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਵੀ ਸਤਿਗੁਰੂ ਦੀ ਕਿਰਪਾ ਦੁਆਰਾ ਸਵਰਗਾਂ ਤੇ ਨਰਕਾਂ ਤੋਂ ਭਾਵ ਕਿ ਇਹ ਜਿੰਨੇ ਵੀ ਲੋਕ ਹਨ ਇਹ ਦੋਵਾਂ ਦੇ ਵਿੱਚ ਵੰਡੇ ਜਾ ਸਕਦੇ ਹਨ। ਕੁਛ ਲੋਕ ਹਨ, ਲੋਕ ਕਹਿ ਲਈਏ, ਦੇਸ਼ ਕਹਿ ਲਈਏ, ਸਥਾਨ ਕਹਿ ਲਈਏ, ਐਸੇ ਹਨ ਜਿੱਥੇ ਦੁੱਖ ਹੈ, ਜਿਵੇਂ ਮਾਤ ਲੋਕ ਹੈ, ਨਰਕ ਲੋਕ ਹੈ, ਐਸੇ। ਅਤੇ ਕੁਛ ਲੋਕ ਐਸੇ ਹਨ ਜਿਨ੍ਹਾਂ ਦੇ ਵਿੱਚ ਸੁੱਖ ਹੈ, ਜਿਵੇਂ ਸਵਰਗ ਲੋਕ ਹੈ, ਦੇਵ ਲੋਕ ਹੈ, ਐਸੇ।
ਤੇ ਪ੍ਰਭੂ ਦੇ ਪਿਆਰੇ ਇਹਨਾਂ ਦੋਵਾਂ ਨੂੰ ਹੀ ਤਿਆਗ ਦਿੰਦੇ ਹਨ। ਭਾਵ ਕਿ ਉਹ ਸਾਰੇ ਹੀ ਲੋਕਾਂ ਦਾ ਹੀ ਤਿਆਗ ਦਿੰਦੇ ਹਨ। ਉਹ ਕਹਿੰਦੇ ਹਨ ਅਸੀਂ ਵਸਣਾ ਹੀ ਕਿਤੇ ਨਹੀਂ ਹੈ ਬਾਹਰ, ਕਿਉਂਕਿ ਬਾਹਰ ਜਿੱਥੇ ਵੀ ਵਸੇ ਉੱਥੋਂ ਹੀ ਉਜੜਨਾ ਪਵੇਗਾ, ਉਹ ਕੋਈ ਵੀ ਲੋਕ ਹੋਵੇ। ਦੇਵਲੋਕ ਦੇ ਵਿੱਚ ਵੀ ਵਾਪਸ ਆਉਣਾ ਪਵੇਗਾ। ਗੰਧਰਵ ਲੋਕ, ਜਿੰਨੇ ਵੀ ਲੋਕ ਹਨ, ਕਿਉਂਕਿ ਉਹ ਸਥਾਨ ਹਨ, ਉਹਨਾਂ ਸਥਾਨਾਂ ਤੋਂ ਵਾਪਸ ਆਉਣਾ ਪਵੇਗਾ। ਸਥਾਨ 'ਤੇ ਕੋਈ ਵੀ ਨਹੀਂ ਰਹਿ ਸਕਦਾ, ਕਿਸੇ ਸਥਾਨ 'ਤੇ ਵੀ ਕੋਈ ਨਹੀਂ ਰਹਿ ਸਕਦਾ ਸਦਾ। ਹਾਂ, ਲੰਮਾ ਸਮਾਂ ਰਹਿ ਸਕਦਾ ਕੋਈ। ਇਸ ਕਾਰਨ ਦੇਵਲੋਕ ਨੂੰ ਵੀ ਦੇਵਤੇ ਛੱਡਣ ਨੂੰ ਤਿਆਰ ਹਨ। ਇਸ ਦੇਹੀ ਕੋ ਲੋਚੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਕਿਹਾ ਹੈ, ਲੋਚਦੇ ਹਨ ਕਿ ਸਾਡਾ ਛੁਟਕਾਰਾ ਹੋਵੇ ਦੇਵਲੋਕ ਤੋਂ, ਵੀ ਅਸੀਂ ਪਰਮਾਤਮਾ ਦਾ ਚਿੰਤਨ ਕਰੀਏ। ਤੇ ਕਿਸੇ ਲੋਕ ਦੇ ਵਿੱਚ ਵੀ ਸਦਾ ਥੋੜ੍ਹੀ ਵਸਿਆ ਜਾ ਸਕਦਾ, ਸਥਾਨ 'ਤੇ ਕਹਿ ਲਓ। ਇਸ ਕਾਰਨ ਕਿਹਾ ਜਾਂਦਾ ਹੈ ਨਾ, ਪਰਮਾਤਮਾ ਕਿਸੇ ਸਥਾਨ 'ਤੇ ਨਹੀਂ ਹੈ, ਜਗ੍ਹਾ 'ਤੇ ਨਹੀਂ ਹੈ, ਕਿਸੇ ਦੇਸ਼ 'ਚ ਨਹੀਂ ਹੈ। ਪੂਰਬ ਦੇਸ਼ ਹਰੀ ਕਾ ਵਸ, ਪੱਛਮ ਅਲਹ ਮਕਾਮ। ਕਹਿੰਦੇ ਹਨ ਦਿਲ ਮੈਂ ਖੋਜ ਦਿਲੇ ਮੈਂ ਖੋਜੋ, ਇਹ ਠੌਰ ਮਕਾਮ। ਕਹਿੰਦੇ ਨਾ ਪੱਛਮ ਦੇ ਵਿੱਚ ਹੈ, ਨਾ ਪੂਰਬ ਦੇ ਵਿੱਚ। ਤੁਸੀਂ ਉੱਧਰ ਕਿੱਧਰ ਤੁਰੇ ਫਿਰਦੇ ਬਾਹਰ। ਜਾਂ ਕਈ ਉੱਪਰ ਸੋਚ ਲੈਂਦੇ ਹਨ ਸਵਰਗ ਲੋਕ, ਨਾ ਉੱਪਰ ਹੈ। ਪਰਮਾਤਮਾ ਕਿਸੇ ਖਾਸ ਲੋਕ ਦੇ ਵਿੱਚ ਥੋੜ੍ਹੀ ਹੈ। ਪਰਮਾਤਮਾ ਸਾਰੇ ਹੀ ਲੋਕਾਂ ਤੋਂ ਮੁਕਤ ਹੈ, ਨਿਰਲੇਪ ਹੈ। ਭਾਵ ਕਿ ਸਾਰੇ ਹੀ ਲੋਕ ਉਹਦੇ ਵਿੱਚ ਹਨ। ਲੋਕ ਉਹਦੇ ਵਿੱਚ ਹਨ, ਸਭ ਕੁਛ ਉਹਦੇ ਵਿੱਚ ਹੈ, ਫਿਰ ਵੀ ਉਹ ਨਿਰਲੇਪ ਹੈ। ਕਿਹਾ ਵੀ ਹੈ ਨਾ, ਜੈਸੇ ਪੋਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮੈਂ ਜੈਸੇ ਸ਼ਾਈ, ਤੈਸੇ ਹੀ ਹੈ ਬਸੇ ਨਿਰੰਤਰ, ਕਟ ਹੀ ਖੋਜੋ ਪਾਏ। ਹੁਣ ਸ਼ੀਸ਼ੇ ਦੇ ਵਿੱਚ ਭਾਸਦਾ ਹੈ, ਉਹ ਤੁਹਾਡੀ ਤਸਵੀਰ ਦਿਸਦੀ ਹੈ ਸ਼ੀਸ਼ੇ ਦੇ ਵਿੱਚ, ਪਰ ਹੁੰਦੀ ਥੋੜ੍ਹੀ। ਹੁਣ ਸ਼ੀਸ਼ੇ ਦੇ ਵਿੱਚ ਤੁਸੀਂ ਲੱਭਣਾ ਚਾਹੋ ਆਪਣੀ ਤਸਵੀਰ ਨੂੰ, ਲੱਭ ਥੋੜ੍ਹੀ ਸਕਦੇ। ਮੁਕਰ ਮੈਂ ਜੈਸੇ ਸ਼ਾਈ। ਦੇਖੋ ਤੁਸੀਂ, ਅਕਸ਼ ਜਿਹੜਾ ਹੈ ਉਹ ਸਾਹਮਣੇ ਦਿਖਦਾ ਹੈ, ਪਾਣੀ 'ਚ ਦਿਖਦਾ ਹੈ, ਜਾਂ ਸ਼ੀਸ਼ੇ 'ਚ ਦਿਖਦਾ ਹੈ, ਆਈਨੇ 'ਚ ਦਿਖਦਾ, ਪਰ ਆਈਨੇ 'ਚ ਹੁੰਦਾ ਨਹੀਂ ਹੈ, ਹੁੰਦਾ ਪਿੱਛੇ ਹੈ। ਅਗਰ ਉਹਨੂੰ ਲੱਭਣਾ ਹੋਵੇ ਅਕਸ਼ ਨੂੰ, ਤਾਂ ਤੁਸੀਂ ਸ਼ੀਸ਼ੇ ਤੋਂ ਹਟ ਕੇ ਪਿੱਛੇ ਦੇਖੋਗੇ ਤਾਂ। ਇੱਦਾਂ ਹੀ ਕਹਿੰਦੇ ਹਨ ਵੀ ਪਰਮਾਤਮਾ ਕਿਸੇ ਦੇਸ਼ ਦੇ ਵਿੱਚ ਨਾ ਲੱਭੋ, ਸਪੇਸ ਦੇ ਵਿੱਚ ਨਾ ਲੱਭੋ, ਬਾਹਰ ਨਾ ਲੱਭੋ ਜਿੱਥੇ ਦਿਖਦਾ ਹੈ, ਨਹੀਂ ਉਹ ਪਿੱਛੇ ਹੈ। ਬਾਹਰ ਢੋਲੇ ਸੋ ਪਰਮ ਭੁਲਾਈ। ਤਦੇ ਕਿਹਾ ਜਾਂਦਾ ਹੈ ਵੀ ਇਸ ਦੇਸ਼ ਤੋਂ, ਇਸ ਲੋਕ ਤੋਂ, ਸਾਰੇ ਲੋਕਾਂ ਤੋਂ ਹੀ ਮੁਕਤ ਹੋਣਾ ਹੈ। ਹੁਣ ਤੁਸੀਂ ਪੁੱਛਦੇ ਹੋ ਵੀ ਇਸ ਮਿਰਤ ਲੋਕ ਤੋਂ ਮੁਕਤ ਹੋਣ ਵਾਸਤੇ ਨਾ ਸਾਡੇ ਕੋਲ ਸੰਕਲਪ ਹੈ, ਨਾ ਪ੍ਰੇਮ ਹੈ, ਵੀ ਕੀ ਉਪਾਅ ਹੈ। ਸਤ ਸੰਗਤ ਉਪਾਅ ਹੈ, ਜਾਂ ਸਾਧ ਸੰਗਤ ਕਹਿ ਲਓ। ਉਹਦੇ ਦੁਆਰਾ ਤੁਹਾਨੂੰ ਇੱਕ ਦ੍ਰਿਸ਼ਟੀ ਮਿਲਦੀ ਹੈ। ਉਸ ਦ੍ਰਿਸ਼ਟੀ ਦੁਆਰਾ ਤੁਸੀਂ ਠੀਕ ਠੀਕ ਇਸ ਮਿਰਤ ਲੋਕ ਨੂੰ ਦੇਖੋਗੇ, ਤੇ ਇਹ ਤੋਂ ਵੈਰਾਗ ਪੈਦਾ ਹੋਵੇਗਾ। ਤਾਂ ਹੀ ਪਰਮਾਤਮਾ ਦੇ ਨਾਲ ਰਾਗ ਪੈਦਾ ਹੁੰਦਾ ਹੈ। ਇਹੋ ਹੀ ਮੈਂ ਅਕਸਰ ਕਹਿਣਾ, ਜਿੰਨਾ ਚਿਰ ਇਸ ਮਾਤ ਲੋਕ ਤੋਂ ਵੈਰਾਗ ਨਹੀਂ ਨਾ ਪੈਦਾ ਹੁੰਦਾ, ਉਹਨਾਂ ਚਿਰ ਉੱਧਰ ਨੂੰ ਜਾਇਆ ਨਹੀਂ ਜਾ ਸਕਦਾ।
ਤੇ ਇਹਦੇ ਤੋਂ ਵੈਰਾਗ ਪੈਦਾ ਹੁੰਦਾ ਹੈ ਸਤਿਪੁਰਖਾਂ ਦੇ ਉਪਦੇਸ਼ਾਂ ਨੂੰ ਸੁਣ ਸੁਣ ਕੇ, ਸਮਝ ਸਮਝ ਕੇ, ਅਮਲ ਦੇ ਵਿੱਚ ਲਿਆ ਕੇ। ਫਿਰ ਤੁਹਾਨੂੰ ਦਿਸਣ ਲੱਗ ਜਾਂਦਾ ਹੈ ਇਹ ਮਾਤ ਲੋਕ ਦਾ ਅਸਲੀ ਰੂਪ। ਫਿਰ ਜਦੋਂ ਅਸਲੀ ਰੂਪ ਦਿਖਣ ਲੱਗ ਪਿਆ ਨਾ, ਫਿਰ ਤੁਸੀਂ ਚੱਲ ਪਏ। ਜਿਵੇਂ ਕੱਲ੍ਹ ਇੱਕ ਸ਼ਬਦ ਪਾਇਆ ਹੋਇਆ ਸੀ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਭਾਵ ਕਿ ਸਾਧ ਸੰਗ ਦੇ ਨਾਲ ਹਰੀ ਪਰਮਾਤਮਾ ਚੇਤੇ ਆਇਆ, ਚਿਤਾਰਾ। ਤੇ ਪਰਮਾਤਮਾ ਉਦੋਂ ਚੇਤੇ ਆਉਂਦਾ ਹੈ ਜਦੋਂ ਸੰਸਾਰ ਦੇ ਵਿੱਚ ਦੁੱਖ ਖਿਆਲ ਵਿੱਚ ਆਉਣ ਜਾਂ ਮੌਤ ਖਿਆਲ ਵਿੱਚ ਆਵੇ। ਫਿਰ ਉਹ ਖਿਆਲ ਵਿੱਚ ਕੁਛ ਐਸਾ ਵੀ ਆਉਂਦਾ ਹੈ ਵੀ ਜਿਹੜਾ ਮੌਤ ਤੋਂ ਬਾਹਰ ਹੈ। ਇਸੇ ਕਾਰਨ ਹੀ ਲੋਕ ਮਰਨ ਤੋਂ ਜਿਹੜੇ ਡਰਦੇ ਹਨ ਉਹ ਵੀ ਪਰਮਾਤਮਾ ਦਾ ਨਾਮ ਲੈਂਦੇ ਹਨ ਵੀ ਪਰਮਾਤਮਾ ਬਚਾਉਂਦਾ ਹੈ। ਭਾਵ ਕਿ ਉਹ ਮੌਤ ਤੋਂ ਬਾਹਰ ਹੈ ਤੇ ਉਹ ਮਰਨ ਨਹੀਂ ਦੇਵੇਗਾ। ਭੈ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿੰਦੇ ਭੈ ਤੋਂ ਬਿਨਾਂ ਪ੍ਰਭੂ ਦਾ ਪ੍ਰੇਮ ਪੈਦਾ ਨਹੀਂ ਹੁੰਦਾ। ਭਾਵ ਕਿ ਸੰਸਾਰ ਦੇ ਵਿੱਚ ਮੌਤ ਦਾ ਜਿਹੜਾ ਭੈ ਹੈ ਨਾ, ਦੁੱਖਾਂ ਦਾ, ਨਰਕ ਦਾ, ਉਹ ਭੈ ਤੋਂ ਹੀ ਪ੍ਰਭੂ ਪ੍ਰੇਮ ਪੈਦਾ ਹੁੰਦਾ ਹੈ। ਪਰਮਾਤਮਾ ਭੈ ਤੋਂ ਹੀ ਯਾਦ ਆਉਂਦਾ ਹੈ